ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਪਾਵਨ ਅੰਗ 397 ਤੇ ਆਸਾ ਰਾਗ ਦੇ ਵਿੱਚ ਪਾਵਨ ਉਪਦੇਸ਼ ਬਖਸ਼ ਰਹੇ ਹਨ। ਹੇ ਭਾਈ, ਹੋਰ ਸਾਰੇ ਥੋਕ ਪਦਾਰਥਾਂ ਦੀ ਚਿਤਵਨੀ ਨੂੰ ਭੁਲਾ ਕਰਕੇ ਮਨ ਵਿੱਚ ਹਿੱਕੋ ਹੁੰਦਾ ਇੱਕ ਪਰਮੇਸ਼ਰ ਦੇ ਮਿਲਣ ਦਾ ਹੀ ਖਿਆਲ ਧਿਆਨ ਕਰ। ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ। ਸਰੀਰਾਂ ਗੁਣਾ ਆਦਿ ਦਾ ਝੂਠਾ ਗੁਮਾਨ ਹੰਕਾਰ ਲਾਹ ਕੇ ਆਪਣਾ ਹਿਰਦਾ ਤੇ ਤਨ ਸਰੀਰ ਅਰਪਣ ਕਰਕੇ ਧਰ ਰੱਖ ਦੇਣਾ ਕਰ। ਆਠ ਪਹਿਰ ਸਾਲ ਆਹੇ ਸਿਰਜਨਹਾਰ ਤੂੰ। ਹੇ ਭਾਈ, ਤੂੰ ਅੱਠੇ ਪਹਿਰ ਹੀ ਆਪਣੇ ਰਚਨਹਾਰ ਸਿਰਜਨਹਾਰ ਪਰਮੇਸ਼ਰ ਨੂੰ ਸਲਾਹੁਣਾ ਕਰ ਅਤੇ ਉਸ ਅੱਗੇ ਬੇਨਤੀ ਕਰਿਆ ਕਰ। ਜੀਵਾ ਤੇਰੀ ਦਾਤ ਕਿਰਪਾ ਕਰੋ ਮੂੰਹ ਰਹਾਉ। ਹੇ ਮਹਾਰਾਜ, ਮੇਰੇ ਤਾਈਂ ਆਪਣੀ ਕਿਰਪਾ ਮਿਹਰ ਕਰਨਾ ਕਰੋ। ਤੁਹਾਡੀ ਦਿੱਤੀ ਹੋਈ ਨਾਮ ਦੀ ਦਾਤ ਬਖਸ਼ਿਸ਼ ਦੇ ਆਸਰੇ ਜਿਉਣਾ ਕਰਾਂ ਰਹਾਉ। ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਹੇ ਮਹਾਰਾਜ, ਮੈਂ ਉਹੀ ਭਾਉ ਭਗਤੀ ਦੇ ਕਾਰਜ ਨੂੰ ਕਮਾਉਣਾ ਕਰਾਂ ਜਿਸ ਕਰਕੇ ਮੇਰਾ ਲੋਕ ਪ੍ਰਲੋਕ ਵਿੱਚ ਮੁਖ ਉਜਲਾ ਉਜਾਲੇ ਵਾਲਾ ਹੋਵੇ, ਭਾਵ ਜਸ ਵਾਲਾ ਹੋਵੇ। ਸੋਈ ਲੱਗੈ ਸੱਚ ਜਿਸ ਤੂੰ ਦੇਹ ਅਲਾ। ਹੇ ਪਰਮੇਸ਼ਰ, ਉਹੀ ਸਤ ਸਰੂਪ ਵਿੱਚ ਲੱਗਦਾ ਹੈ ਜਿਸ ਨੂੰ ਤੁਸੀਂ ਆਪ ਸ੍ਰੇਸ਼ਟ ਮਤ ਸਤ ਸਰੂਪ ਦਾ ਗਿਆਨ ਦੇਹ ਅਲਾ ਕਹੀਏ ਦੇਣਾ ਕਰਦੇ ਹੋ। ਦੇਹ ਅਲਾ ਪਰਮੇਸ਼ਰ ਜਿਸ ਨੂੰ ਦਾਤ ਦੇਣਾ ਕਰਦੇ ਹੋ। ਜੋ ਨ ਟਹੰਦੋ ਮੂਲ ਸੋ ਘਰ ਰਾਸ ਕਰ। ਹੇ ਭਾਈ, ਜਿਹੜਾ ਘਰ ਮੂਲ ਉੱਕਾ ਹੀ ਢਹਿਣਾ ਨਹੀਂ ਆ, ਉਸ ਸੱਚਖੰਡ ਰੂਪੀ ਘਰ ਨੂੰ ਤੂੰ ਆਪਣਾ ਰਾਸ ਬਣਾਉਣਾ ਕਰ। ਜੋ ਰਾਸ ਸਤ ਸਰੂਪ ਪਰਮੇਸ਼ਰ ਕਦਾ ਚਿੱਤ ਵੀ ਢਹਿੰਦਾ ਨਹੀਂ, ਉਸ ਨੂੰ ਆਪਣਾ ਘਰ ਬਣਾਉਣਾ ਕਰ। ਹਿੱਕੋ ਚਿੱਤ ਵਸਾਏ ਕਦੇ ਨ ਜਾਏ ਮਰ। ਹੇ ਭਾਈ, ਉਸ ਇੱਕ ਪਰਮੇਸ਼ਰ ਨੂੰ ਆਪਣੇ ਚਿੱਤ ਦਿਲ ਵਿੱਚ ਵਸਾਉਣਾ ਕਰ ਜੋ ਕਦਾ ਚਿੱਤ ਵੀ ਮਰ ਕੇ ਕਿਤੇ ਜਾਣ ਵਾਲਾ ਨਹੀਂ ਹੈ। ਤਿਨਾ ਪਿਆਰਾ ਰਾਮ ਸੋ ਤਿਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ। ਉਹਨਾਂ ਨੂੰ ਹੀ ਰਾਮ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਵਾ ਜਿਹੜੇ ਪ੍ਰਭੂ ਪਰਮੇਸ਼ਰ ਨੂੰ ਭਾ ਗਏ ਹਨ, ਜਿਹੜੇ ਪਰਮੇਸ਼ਰ ਦਾ ਭਾਣਾ ਮੰਨਦੇ ਹਨ। ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪ੍ਰਸਾਦ ਹੁੰਦਾ ਕਿਰਪਾ ਕਰਕੇ ਤੁਹਾਡੇ ਤਾਈਂ ਕਥਨ ਤੋਂ ਰਹਿਤ ਪਰਮੇਸ਼ਰ ਦਾ ਜਸ ਵਖਾਣਿਆ ਕਥਨ ਕੀਤਾ ਹੈ। ਭਾਵ ਜੋ ਸ਼ਕਤੀ ਬਿਰਤੀ ਕਰਕੇ ਅਕਥ ਹੈ, ਉਸ ਨੂੰ ਲਖਣਾ ਬਿਰਤੀ ਦੁਆਰਾ ਕਥਨ ਕੀਤਾ ਹੈ। ਆਸਾ ਮਹੱਲਾ ਪੰਜਵਾ। ਜਿਨ੍ਹਾਂ ਨ ਵਿਸਰੈ ਨਾਮ ਸੇ ਕਨੇਹਿਆ। ਪ੍ਰਸ਼ਨ ਕਰਦੇ ਹੈ ਮਹਾਰਾਜ, ਜਿਨ੍ਹਾਂ ਨੂੰ ਕਦੇ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਨਾਮ ਨਹੀਂ ਵਿਸਰਦਾ, ਉਹ ਕਨੇਹਿਆ ਕਿਹੋ ਜਿਹੇ ਹਨ? ਸਤਿਗੁਰੂ ਉੱਤਰ ਦਿੰਦੇ ਹਨ, ਭੇਦ ਨ ਜਾਣੋ ਮੂਲ ਸਾਈਂ ਜਿਹਿਆ। ਹੇ ਗੁਰਸਿੱਖੋ, ਉਹਨਾਂ ਵਿੱਚ ਕਦੇ ਉੱਕਾ ਵੀ ਭੇਦ ਫਰਕ ਨਾ ਜਾਣਨਾ ਕਰੋ। ਉਹ ਤਾਂ ਸਾਈਂ ਮਾਲਕ ਪਰਮੇਸ਼ਰ ਵਰਗੇ ਹੀ ਹੁੰਦੇ ਆ, ਕਿਉਂਕਿ ਹਰ ਜਨ ਦੋਇ ਏਕ ਹੈ। ਬਿਬ ਵਿਚਾਰ ਕਛ ਨਾਹਿ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ। ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ। ਹੇ ਪਰਮੇਸ਼ਰੋ, ਸੰਤ ਜਨ ਤੇਰੇ ਨਾਲ ਮਿਲਣ ਕਰਕੇ ਹਿਰਦੇ ਅਤੇ ਤਨ ਸਰੀਰ ਕਰਕੇ ਨਿਹਾਲ ਆਨੰਦ ਪ੍ਰਸੰਨ ਹੋ ਜਾਂਦੇ ਹਨ। ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਉ। ਤੇਰੇ ਸੰਤ ਜਨਾਂ ਦੀ ਪ੍ਰਸਾਦ ਕਿਰਪਾ ਕਰਕੇ ਅਸੀਂ ਸੁਖ ਪਾਉਣਾ ਕੀਤਾ ਹੈ। ਉਹਨਾਂ ਨੇ ਹੀ ਸਾਡਾ ਸਾਰਾ ਦੁੱਖ ਕਸ਼ਟ ਮੇਟ ਦਿੱਤਾ ਹੈ ਰਹਾਉ। ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ। ਜਿਤਨੇ ਵੀ 9 ਖੰਡ ਅਤੇ ਬ੍ਰਹਿਮੰਡ ਆਦਿ ਦੀਆਂ ਪੁਰੀਆਂ ਹਨ, ਉਹਨਾਂ ਦੇ ਚਰਨਾਂ ਦੀ ਖੇ ਹੁੰਦਾ ਧੂੜੀ ਨੇ ਹੀ ਉਧਾਰ ਦਿੱਤੇ ਹਨ।
ਤਿੰਨ ਖੇ ਭਾਵ ਉਹਨਾਂ ਨੇ ਉਧਾਰੇ ਹਨ। ਜਿਨ ਮਨ ਮੁੱਠਾ ਆਪ ਪੂਰੇ ਭਗਤ ਸੇ, ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਆਪ ਵਸ ਗਿਆ ਹੈ, ਉਹੀ ਪੂਰਨ ਭਗਤ ਭਗਤੀ ਕਰਨ ਵਾਲੇ ਹਨ। ਜਿਸਨੋਂ ਮੰਨੇ ਆਪ ਸੋਈ ਮਾਨੀਐ, ਜਿਨ੍ਹਾਂ ਪੁਰਸ਼ਾਂ ਨੂੰ ਪਰਮੇਸ਼ਰ ਆਪ ਆਪਣਾ ਭਗਤ ਮੰਨ ਲੈਂਦਾ, ਉਹ ਪੁਰਸ਼ ਸਭ ਥਾਵਾਂ 'ਤੇ ਮੰਨਿਆ ਭਾਵ ਸਨਮਾਨਿਆ ਜਾਂਦਾ। ਪ੍ਰਗਟ ਪੁਰਖ ਪਰਵਾਨ ਸਭ ਠਾਈ ਜਾਨੀਐ, ਉਹ ਪੁਰਸ਼ ਇਸ ਲੋਕ ਵਿੱਚ ਵੀ ਪ੍ਰਗਟ ਹੋ ਜਾਂਦਾ ਅਤੇ ਪਰਲੋਕ ਵਿੱਚ ਵੀ ਪ੍ਰਮਾਣਿਕ ਹੈ ਅਤੇ 14 ਲੋਕਾਂ ਆਦਿ ਸਾਰੇ ਥਾਵਾਂ ਜਗ੍ਹਾ 'ਤੇ ਜਾਣਿਆ ਜਾਂਦਾ ਹੈ। ਦਿਨ ਸਰੈਣ ਆਰਾਧ ਸੰਭਾਲੇ ਸਾਹ ਸਾਹ, ਮੈਂ ਵੀ ਦਿਨ ਰਾਤ ਪਰਮੇਸ਼ਰ ਨੂੰ ਆਰਾਧਨਾ ਕਰਾਂ ਅਤੇ ਸਵਾਸ ਸਵਾਸ ਸੰਭਾਲਣਾ ਕਰਾਂ। ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸੱਚੇ ਪਾਤਸ਼ਾਹ, ਸਾਡੇ ਜਨਾਂ ਦੀ ਤਾਂ ਇਹੋ ਹੀ ਲੋਚਾ ਇੱਛਾ ਪੂਰੀ ਕਰੋ। ਆਸਾ ਮਹੱਲਾ ਪੰਜਵਾ। ਪੂਰ ਰਹਿਆ ਸਰਬ ਠਾਇ ਹਮਾਰਾ ਖਸਮ ਸੋਏ। ਹਮਾਰਾ ਕਹੀਏ ਸਾਡਾ ਉਹ ਖਸਮ ਮਾਲਕ ਪਰਮੇਸ਼ਰ ਸਾਰੀਆਂ ਠਾਏ ਜਗ੍ਹਾ ਵਿੱਚ ਪਰਿਪੂਰਨ ਹੋ ਰਿਹਾ ਹੈ। ਏਕ ਸਾਹਿਬ ਸਿਰ ਛੱਤ ਦੂਜਾ ਨਾਹਿ ਕੋਇ। ਇੱਕੋ ਹੀ ਸਾਹਿਬ ਮਾਲਕ ਪਰਮੇਸ਼ਰ ਹੈ, ਜਿਸ ਦੇ ਸਿਰ ਉੱਪਰ ਪ੍ਰਤਾਪ ਰੂਪੀ ਛਤਰ ਝੂਲ ਰਿਹਾ, ਉਸ ਦੇ ਸਦਰਸ਼ ਹੋਰ ਕੋਈ ਵੀ ਦੂਸਰਾ ਨਹੀਂ ਹੈ। ਜਿਉ ਭਾਵੈ ਤਿਉ ਰਾਖ ਰਾਖਣ ਹਾਰਿਆ। ਹੇ ਰਾਖਣ ਹਾਰਿਆ, ਰੱਖਿਆ ਕਰਨ ਵਾਲੇ ਪਰਮੇਸ਼ਰ, ਜਿਵੇਂ ਤੁਹਾਨੂੰ ਪਾਉਂਦਾ ਹੈ ਤਿਵੇਂ ਸਾਨੂੰ ਰੱਖ ਲੈਣਾ ਕਰੋ। ਤੁਝ ਬਿਨ ਅਵਰ ਨ ਕੋਈ ਨਦਰ ਨਿਹਾਰਿਆ ਰਹਾਉ। ਮੈਂ ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਆਪਣੀ ਨਦਰ ਦ੍ਰਿਸ਼ਟੀ ਵਿੱਚ ਨਿਹਾਰਿਆ ਕਹੀਏ ਦੇਖਣਾ ਨਹੀਂ ਕੀਤਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀਐ। ਹੇ ਪ੍ਰਭੂ ਪਰਮੇਸ਼ਰ, ਤੁਸੀਂ ਆਪ ਹੀ ਸਾਰਿਆਂ ਦੇ ਪ੍ਰਤ ਤਾਈਂ ਪਾਲੇ ਪਾਲਣਾ ਕਰਦੇ ਹੋ ਅਤੇ ਘਟਾਂ ਘਟਾਂ ਦੀ ਸਾਰੀਐ ਹੁੰਦਾ ਖਬਰ ਸਾਰ ਲੈਂਦੇ ਹੋ। ਜਿਸ ਮਨ ਮੁੱਠਾ ਆਪ ਤਿਸ ਨ ਵਿਸਾਰੀਐ। ਜਿਸ ਦੇ ਮਨ ਹਿਰਦੇ ਵਿੱਚ ਤੁਸੀਂ ਆਪ ਮੁੱਠਾ ਵਸਦੇ ਹੋ, ਉਸ ਨੂੰ ਕਦਾਚਿਤ ਵੀ ਵਿਸਾਰੀਐ ਭੁਲਾਉਂਦੇ ਨਹੀਂ ਹੋ। ਜੋ ਕਿਛ ਕਰੇ ਸੋ ਆਪ ਆਪਣ ਭਾਣਿਆ। ਜੋ ਕੁਝ ਵੀ ਪਰਮੇਸ਼ਰ ਕਰਦਾ ਹੈ ਉਹ ਆਪ ਹੀ ਅਤੇ ਆਪਣ ਆਪਣੇ ਭਾਣੇ ਅਨੁਸਾਰ ਹੀ ਕਰਦਾ ਹੈ। ਭਗਤਾ ਕਾ ਸਹਾਈ ਜੁਗ ਜੁਗ ਜਾਣਿਆ। ਆਪਣੇ ਭਗਤਾਂ ਸੇਵਕਾਂ ਦਾ ਆਪ ਸਹਾਇਕ ਭਾਵ ਸਹਾਇਤਾ ਕਰਨ ਵਾਲਾ ਹੈ। ਇਹ ਜੁਗਾਂ ਜੁਗਾਂ ਵਿੱਚ ਚੌਹਾਂ ਜੁਗਾਂ ਵਿੱਚ ਜਾਣਿਆ ਗਿਆ ਹੈ। ਜਪ ਜਪ ਹਰਿ ਕਾ ਨਾਮ ਕਦੇ ਨ ਝੂਰੀਐ। ਪਰਮੇਸ਼ਰ ਦਾ ਨਾਮ ਜਪ ਜਪ ਕੇ ਕਦਾਚਿਤ ਵੀ ਝੂਰੀ ਦਾ ਨਹੀਂ ਹੈ। ਨਾਨਕ ਦਰਸ ਪਿਆਸ ਲੋਚਾ ਪੂਰੀਐ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ, ਸਾਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਆ, ਸਾਡੀ ਇਹ ਲੋਚਾ ਇੱਛਾ ਪੂਰੀ ਕਰੋ। ਆਸਾ ਮਹੱਲਾ ਪੰਜਵਾ। ਸਤਿਗੁਰੂ ਸਾਹਿਬ ਜੀ ਜੀਵਾਂ ਦੇ ਤਾਈਂ ਵੈਰਾਗਮਈ ਉਪਦੇਸ਼ ਬਖਸ਼ਦੇ ਹਨ। ਕਿਆ ਸੋਵਹਿ ਨਾਮ ਵਿਸਾਰ ਗਾਫਲ ਗਹਿਲਿਆ। ਹੇ ਗਾਫਲ ਬੇਖਬਰ ਆਲਸੀ ਅਤੇ ਗਹਿਲਿਆ ਮੂਰਖ ਜੀਵ, ਤੂੰ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਕੀ ਪ੍ਰਤੱਖ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ। ਕਿਤੀ ਇਤ ਦਰਿਆਏ ਵੰਜਨ ਵਹਿਦਿਆ। ਕਿਤੀ ਕਹੀਏ ਕਿਤਨੇ ਹੀ ਜੀਵ ਇਸ ਸੰਸਾਰ ਕਾਲ ਰੂਪੀ ਦਰਿਆ ਸਮੁੰਦਰ ਦੇ ਵੰਜਨ ਵਹਿਣ ਵਿੱਚ ਰੁੜੇ ਜਾਂਦੇ ਆ। ਬੋਹਿ ਥੜਾ ਹਰ ਚਰਨ ਮਨ ਚੜ ਲੰਘੀਐ। ਹੇ ਮਨ, ਜੀਵ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਪਰਮੇਸ਼ਰ ਦੇ ਚਰਨ ਕਮਲ ਜਹਾਜ਼ ਦੀ ਨਿਆਈ ਹਨ। ਉਹਨਾਂ ਚਰਨਾਂ ਰੂਪੀ ਜਹਾਜ਼ ਉੱਪਰ ਚੜ੍ਹ ਅਸਵਾਰ ਹੋ ਕੇ ਇਸ ਤੋਂ ਪਾਰ ਲੰਘਣਾ ਕਰੀਦਾ ਹੈ ਅਤੇ 8 ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਉ। ਸਾਧੂ ਮਹਾਤਮਾ ਜਨਾਂ ਦੇ ਸਾਥ ਮਿਲ ਕੇ 8 ਪਹਿਰ ਹਰੀ ਦੇ ਗੁਣਾਂ ਨੂੰ ਗਾਉਣਾ ਕਰ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਹਨ, ਭੋਗੈ ਭੋਗ ਅਨੇਕ ਵਿਣ ਨਾਵੈ ਸੁਣਿਆ। ਜੋ ਪੁਰਸ਼ ਬੇਅੰਤ ਪ੍ਰਕਾਰ ਦੇ ਭੋਗਾਂ ਨੂੰ ਭੋਗਦੇ ਆ,
ਪਰੰਤੂ ਉਹ ਨਾਮ ਤੋਂ ਬਗੈਰ ਸੁੰਨਿਆਂ ਖਾਲੀ ਰਹਿ ਜਾਂਦੇ ਆ ਅਤੇ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ। ਹਾਂ, ਹਰੀ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਭਾਵਹੀਣੇ ਹੋਣ ਕਰਕੇ ਮਰ ਮੌਤ ਦੇ ਮਾਰੇ ਹੋਏ ਰੁੰਨਿਆ ਰੋਂਦੇ ਰਹਿੰਦੇ ਆ। ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ। ਇਹ ਜੀਵ ਜੋ ਪੁਰਖ ਬਹੁਤ ਸੁੰਦਰ ਕੱਪੜ ਹੁੰਦਾ, ਬਸਤਰ ਪਹਿਨਣੇ, ਅਨੇਕਾਂ ਭੋਗਾਂ ਨੂੰ ਭੋਗਣਾ, ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਲਾਉਣੀਆਂ ਅਤੇ ਤਨ ਸਰੀਰ ਉੱਪਰ ਮਰਦਨ ਵਟਣਾ ਆਦਿ ਮਲਣਾ ਕਰਦਾ ਹੈ, ਪਰੰਤੂ ਇਹ ਤਾਂ ਸਾਰਾ ਕੁਝ ਬਿਨ ਸਿਮਰਨ ਤਨ ਛਾਰ ਸਰ ਪਰ ਚਾਲਣਾ। ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਸਰੀਰ ਤਾਂ ਸੁਆਹ ਹੋ ਜਾਂਦਾ ਹੈ ਅਤੇ ਹੋ ਜਾਣਾ ਹੈ, ਅਤੇ ਜੀਵ ਨੇ ਸਰ ਪਰ ਜ਼ਰੂਰ ਬਰ ਜ਼ਰੂਰ ਇੱਥੋਂ ਚਲੇ ਜਾਣਾ ਹੈ। ਮਹਾ ਬਿਖਮ ਸੰਸਾਰ ਵਿਰਲੇ ਪੇਖਿਆ। ਇਸ ਸੰਸਾਰ ਜਗਤ ਰੂਪੀ ਸਮੁੰਦਰ ਨੂੰ ਤਰਨਾ ਬਹੁਤ ਹੀ ਬਿਖਮ ਕਠਨ ਹੈ, ਪਰੰਤੂ ਇਹ ਕਿਸੇ ਵਿਰਲੇ ਟਾਵੇਂ ਨੇ ਹੀ ਗੁਰਾਂ ਦੇ ਸ਼ਬਦ ਦੁਆਰਾ ਵੇਖਣਾ ਕੀਤਾ ਹੈ। ਛੂਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹਰੀ ਪਰਮੇਸ਼ਰ ਦੀ ਸਰਣ ਓਟ ਵਿੱਚ ਪੈਣ ਕਰਕੇ ਹੀ ਛੁੱਟਣਾ ਹੁੰਦਾ ਹੈ। ਇਹ ਲੇਖ ਧੁਰੋਂ ਹੀ ਪਰਮੇਸ਼ਰ ਨੇ ਲਿਖਣਾ ਕੀਤਾ ਹੈ। ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਪ੍ਰੇਮ ਰੂਪੀ ਕਲਮ ਦੁਆਰਾ ਅੰਤਸ਼ਕਰਨ ਰੂਪੀ ਕਾਗਜ਼ ਉੱਪਰ ਲਿਖ ਲਿਆ ਹੈ, ਉਹਨਾਂ ਦਾ ਹਰੀ ਦੀ ਸ਼ਰਨ ਪੈ ਕੇ ਛੁਟਕਾਰਾ ਹੋਇਆ। ਆਸਾ ਮਹੱਲਾ ਪੰਜਵਾ। ਕੋਇ ਨ ਕਿਸਹੀ ਸੰਗ ਕਾਹੇ ਗਰਬੀਐ। ਹੇ ਭਾਈ, ਹੀ ਕਹੀਏ ਨਿਸ਼ਚੇ ਕਰਕੇ ਅੰਤ ਨੂੰ ਕੋਈ ਵੀ ਕਿਸੇ ਦੇ ਸੰਗ ਨਾਲ ਨਹੀਂ ਜਾਂਦਾ, ਫਿਰ ਕਿਸ ਵਾਸਤੇ ਗਰਬੀਐ ਹੰਕਾਰ ਕਰਦੇ ਹੋ। ਏਕ ਨਾਮ ਆਧਾਰ ਭੌਜਲ ਤਰਬੀਐ। ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਹਿਰਦੇ ਵਿੱਚ ਆਧਾਰ ਆਸਰਾ ਲੈਣਾ ਕਰੋ, ਜਿਸ ਕਰਕੇ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਹੇ ਸਾਡੇ ਪੂਰਨ ਸਤਿਗੁਰੂ ਜੀ, ਮੈਂ ਗਰੀਬ ਦੀਨ ਦੀ ਤਾਂ ਇੱਕ ਤੂੰ ਹੀ ਸੱਚੀ ਟੇਕ ਓਟ ਹੈ, ਆਸਰਾ ਸਹਾਰਾ ਹੈ। ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਉ। ਹੇ ਸਤਿਗੁਰੂ ਜੀ, ਤੁਹਾਡਾ ਦਰਸ਼ਨ ਦੇਖ ਕਰਕੇ ਸਾਡਾ ਮਨ ਹਿਰਦਾ ਧੀਰੇ ਕਹੀਏ ਧੀਰਜਤਾ ਨੂੰ ਗ੍ਰਹਿਣ ਕਰਦਾ ਹੈ, ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਹਨ, ਰਾਜ ਮਾਲ ਜੰਜਾਲ ਕਾਜ ਨ ਕਿਤੈ ਗਨੋ। ਰਾਜ ਭਾਗ ਅਤੇ ਮਾਲ ਹਾਥੀ ਘੋੜੇ ਮੱਝਾਂ ਗਾਵਾਂ ਆਦਿ ਆਪਣੇ ਮੰਨਣੇ, ਇਹ ਸਾਰਾ ਜੰਜਾਲ ਬੰਧਨ ਰੂਪ ਹਨ, ਇਹਨਾਂ ਨੂੰ ਕਿਸੇ ਕੰਮ ਆਉਣ ਵਾਲੇ ਨਾ ਗਿਣੋ। ਹਰ ਕੀਰਤਨ ਆਧਾਰ ਨਿਹਚਲ ਏਹੋ ਧਨੋ। ਹਰੀ ਪਰਮੇਸ਼ਰ ਦੇ ਕੀਰਤਨ ਜਸ ਕੀਰਤਨ ਭਗਤੀ ਦਾ ਜੋ ਆਧਾਰ ਆਸਰਾ ਲੈਣਾ ਹੈ, ਇਹ ਹੀ ਪ੍ਰਲੋਕ ਵਿੱਚ ਅਚਲ ਰਹਿਣ ਵਾਲਾ ਧਨੋ ਧਨ ਹੈ। ਜੇਤੇ ਮਾਇਆ ਰੰਗ ਤੇਤ ਪਛਾਵਿਆ। ਜਿਤਨੇ ਵੀ ਮਾਇਆ ਦੇ ਰੰਗ ਤਮਾਸ਼ੇ ਢੰਗ ਹਨ, ਉਹ ਸਾਰੇ ਬ੍ਰਿਸ਼ ਦੇ ਪਰਛਾਵੇਂ ਵਾਂਗੂ ਬਦਲ ਜਾਣ ਵਾਲੇ ਆ, ਪਛਚਾਤਾਪ ਹੀ ਦੇਣ ਵਾਲੇ ਆ। ਜਿਵੇਂ ਸੂਰਜ ਜਦੋਂ ਪੱਛਮ ਵੱਲ ਚਲਿਆ ਜਾਂਦਾ ਤਾਂ ਬ੍ਰਿਸ਼ ਦੀ ਛਾਂ ਵੀ ਬਦਲ ਜਾਂਦੀ, ਇਸੇ ਪ੍ਰਕਾਰ ਮਾਇਆ ਦੇ ਆਨੰਦ ਵੀ ਛਾਂ ਦੀ ਨਿਆਈ ਹਨ। ਜਦੋਂ ਪੁੰਨਾ ਰੂਪ ਸੂਰਜ ਪੱਛਮ ਦੀ ਨਿਆਈ ਹੋਰਨਾਂ ਪੁੰਨੀ ਪੁਰਖਾਂ ਵੱਲ ਚਲਿਆ ਜਾਂਦਾ ਤਾਂ ਮਾਇਆ ਦੇ ਪਦਾਰਥਾਂ ਵਿੱਚ ਲੱਗੇ ਹੋਏ ਜੀਵ ਕੰਗਾਲ ਹੋ ਕੇ ਪਛਤਾਉਂਦੇ ਹੀ ਰਹਿੰਦੇ ਆ। ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ। ਸੁਖ ਆਨੰਦ ਦਾ ਨਿਧਾਨ ਖਜ਼ਾਨਾ ਤਾਂ ਨਾਮ ਹੈ, ਜੋ ਕਿਸੇ ਵਿਰਲੇ ਗੁਰਮੁਖ ਜਨਾਂ ਨੇ ਹੀ ਗਾਉਣਾ ਕੀਤਾ ਹੈ। ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ। ਹੇ ਗਹਿਰ ਅਥਾਹ ਤੇ ਗੰਭੀਰੇ ਗੰਭੀਰਤਾ ਡੂੰਘੇ ਪ੍ਰਭੂ ਪਰਮੇਸ਼ਰ, ਤੂੰ ਹੀ ਸੱਚਾ ਗੁਣੀ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਨਾਂ ਦੇ ਜੀਅਰੇ ਹਿਰਦੇ ਵਿੱਚ ਤਾਂ ਖਸਮ ਮਾਲਕ ਪਰਮੇਸ਼ਰ ਦੀ ਇਸ ਲੋਕ ਵਿੱਚ ਆਸ ਉਮੀਦ ਅਤੇ ਪ੍ਰਲੋਕ ਦਾ ਭਰੋਸਾ ਵਿਸ਼ਵਾਸ ਨਿਸ਼ਚਾ ਹੈ। ਆਸਾ ਮਹੱਲਾ ਪੰਜਵਾ। ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ। ਜਿਸ ਪਰਮੇਸ਼ਰ ਦੇ ਸਿਮਰਨ ਕਰਨ ਨਾਲ ਸਾਰਾ ਦੁੱਖ ਕਸ਼ਟ ਚਲਿਆ ਜਾਂਦਾ ਅਤੇ ਸੁਭਾਵਕ ਨਿਰਯਤਨ ਹੀ ਸੁਖ ਆਨੰਦ ਪ੍ਰਾਪਤ ਕਰ ਲਈਦਾ ਹੈ।
ਰੈਣ ਦਿਨਸ ਕਰ ਜੋੜ ਹਰ ਹਰ ਧਿਆਈਐ। ਰੈਣ ਰਾਤ ਦਿਨਸ ਦਿਨ ਪ੍ਰਤੱਖ ਜੋੜ ਹੱਥ ਜੋੜ ਕੇ ਜਾਂ ਮਨ ਬੁੱਧ ਰੂਪੀ ਲਿਵ ਲਾਉਣ ਰੂਪ ਹੱਥ ਜੋੜ ਕੇ ਉਸ ਹਰੀ ਪਰਮੇਸ਼ਰ ਨੂੰ ਧਿਆਉਣਾ ਕਰੀਏ। ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ ਦਾ ਤਾਂ ਉਹੀ ਪ੍ਰਭੂ ਮਾਲਕ ਪਰਮੇਸ਼ਰ ਹੈ ਜਿਸ ਦਾ ਸਾਰਾ ਕੁਝ ਬਣਾਇਆ ਹੋਇਆ। ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਉ। ਉਹ ਸਾਰੇ ਹੀ ਭਰਪੂਰ ਵਿਆਪਕ ਹੋ ਰਿਹਾ ਜੋ ਤਿੰਨਾਂ ਕਾਲਾਂ ਵਿੱਚ ਸੱਚਾ ਹੈ ਅਤੇ ਉਸ ਦੀ ਸ਼ੋਭਾ ਵੀ ਸੱਚ ਸੱਚੀ ਹੈ ਰਹਾਉ। ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ। ਜੋ ਸਾਰਿਆਂ ਦੇ ਅੰਦਰ ਹਿਰਦਿਆਂ ਦੇ ਨਾਲ ਵੀ ਅਤੇ ਬਾਹਰ ਸੰਸਾਰ ਵਿੱਚ ਵੀ ਸਾਥੀ ਹੈ ਅਤੇ ਸਹਾਇਤਾ ਕਰਨ ਵਾਲਾ ਹੈ, ਗਿਆਨ ਦੇਣ ਵਾਲਾ ਹੈ, ਗਿਆਨ ਸਰੂਪ ਹੈ ਤੇ ਆਪਣੇ ਸਰੂਪ ਵਿੱਚ ਜੋੜਨ ਵਾਲਾ ਹੈ। ਤਿਸਹਿ ਅਰਾਧ ਮਨਾ ਬਿਨਾਸੈ ਸਗਲ ਰੋਗ। ਹੇ ਮੇਰੇ ਪਿਆਰੇ ਮਨਾ, ਉਸ ਪਰਮੇਸ਼ਰ ਨੂੰ ਆਰਾਧਨਾ ਕਰ ਜਿਸ ਦੇ ਆਰਾਧਨ ਕਰਕੇ ਸਾਰੇ ਰੋਗ ਨਾਸ ਹੋ ਜਾਂਦੇ ਹਨ। ਰਾਖਨਹਾਰ ਅਪਾਰ ਰਾਖੈ ਅਗਨ ਮਾਹੇ। ਉਹ ਰੱਖਿਆ ਕਰਨ ਵਾਲਾ ਪਰਮੇਸ਼ਰ ਪਾਰਾਵਾਰ ਤੋਂ ਰਹਿਤ ਹੈ ਜੋ ਪ੍ਰਤੱਖ ਜਾਂ ਮਾਤਾ ਦੇ ਗਰਭ ਦੀ ਅੱਗ ਮਾਇਆ ਦੇ ਮੋਹ ਤ੍ਰਿਸ਼ਨਾ ਈਰਖਾ ਕਾਲ ਦੀ ਅੱਗ ਵਿੱਚ ਰੱਖਿਆ ਕਰਦਾ ਹੈ। ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ। ਹਰੀ ਪਰਮੇਸ਼ਰ ਦਾ ਨਾਮ ਹੀ ਹਿਰਦੇ ਵਿੱਚ ਠੰਡ ਪਾਉਣ ਵਾਲਾ ਸੀਤਲ ਠੰਡਾ ਠਾਰ ਹੈ ਜਿਸ ਦੇ ਸਿਮਰਨ ਕਰਨ ਨਾਲ ਤ੍ਰਿਸ਼ਨਾ ਈਰਖਾ ਆਦਿ ਦੀ ਸਾਰੀ ਤਪਸ਼ ਚਲੀ ਜਾਂਦੀ ਆ। ਸੂਖ ਸਹਿਜ ਆਨੰਦ ਕਣਾ ਨਾਨਕ ਜਨ ਪੂਰਾ। ਸਤਿਗੁਰੂ ਜੀ ਕਥਨ ਕਰਦੇ ਆ ਕਿ ਉਸ ਪਰਮੇਸ਼ਰ ਜਨਾਂ ਦੇ ਦਾਸਾਂ ਦੀ ਚਰਨ ਧੂੜੀ ਬਣ ਕੇ ਸੁਭਾਵਕ ਹੀ ਸੂਖ ਆਨੰਦ ਸਰੂਪ ਪ੍ਰਭੂ ਦਾ ਘਣਾ ਬਹੁਤਾ ਆਨੰਦ ਪ੍ਰਾਪਤ ਹੁੰਦਾ। ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰ ਪੂਰਾ। ਉਹਨਾਂ ਦੇ ਸਾਰੇ ਲੋਕ ਪਰਲੋਕ ਵਿਵਹਾਰਕ ਪਰਮਾਰਥਕ ਕਾਰਜ ਸਾਰੇ ਕੰਮ ਕਰ ਪੂਰੇ ਹੋ ਗਏ ਆ ਜਿਨ੍ਹਾਂ ਨੂੰ ਪੂਰਨ ਗੁਰੂ ਭੇਟਿਆ ਕੀਏ ਮਿਲ ਪਿਆ ਹੈ। ਆਸਾ ਮਹੱਲਾ ਪੰਜਵਾ। ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ। ਹੇ ਭਾਈ ਗੋਬਿੰਦ ਪਰਮੇਸ਼ਰ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਉਸ ਨੂੰ ਮੁਖੀ ਗੁਰਾਂ ਦੀ ਸੰਗਤ ਕਰਕੇ ਹੀ ਜਾਣੀਦਾ ਹੈ। ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਐ। ਜੇਕਰ ਉਹ ਕਿਰਪਾ ਦਾ ਘਰ ਪਰਮੇਸ਼ਰ ਦਿਆਲ ਦਿਆਲੂ ਹੋ ਜਾਵੇ ਤਾਂ ਉਸ ਹਰੀ ਦਾ ਰੰਗ ਆਨੰਦ ਪ੍ਰੇਮ ਮਾਨਣਾ ਕਰੀਦਾ ਹੈ। ਆਵੋ ਸੰਤ ਮਿਲਾਹ ਹਰ ਕਥਾ ਕਹਾਣੀਆਂ। ਹੇ ਸ਼ਾਂਤ ਚਿਤ ਮਹਾਤਮਾ ਜਨੋ ਸੰਤ ਜਨੋ, ਆਓ ਆਪਾਂ ਮਿਲਣਾ ਕਰੀਏ ਅਤੇ ਮਿਲ ਕਰਕੇ ਹਰੀ ਵਾਹਿਗੁਰੂ ਜੀ ਦੀਆਂ ਸਰੂਪ ਲਖਣ ਵਾਲੀਆਂ ਕਥਾਵਾਂ ਅਤੇ ਤਟਸਥੀ ਲਖਣ ਵਾਲੀਆਂ ਕਹਾਣੀਆਂ ਕਥਨ ਕਰੀਏ। ਨਿਰਗੁਣ ਸਰੂਪ ਦੀ ਕਥਾ ਕਰੀਏ ਅਤੇ ਸਰਗੁਣ ਸਰੂਪ ਧਾਰ ਕੇ ਜੋ ਜੀਵਾਂ ਦੀ ਕਲਿਆਣ ਹਿਤ ਕੌਤਕ ਕੀਤੇ ਆ ਉਹ ਕਹਾਣੀਆਂ ਕਥਨ ਕਰੀਏ। ਅਨਦਿਨ ਸਿਮਰਹਿ ਨਾਮ ਤਜ ਲਾਜ ਲੋਕਾਣੀਆਂ ਰਹਾਉ। ਲੋਕਾਣੀਆਂ ਹੁੰਦਾ ਲੋਕਾਂ ਦੀ ਲੱਜਾ ਸ਼ਰਮ ਛੱਡ ਕਰਕੇ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰੀਏ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਜਪ ਜਪ ਜੀਵਾ ਨਾਮ ਹੋਵੈ ਆਨੰਦ ਕਣਾ। ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹੋਈਏ, ਜੀਵਾ ਕਹੀਏ ਜਿਉਂਦੇ ਹੋਈਏ, ਜਿਸ ਕਰਕੇ ਘਣਾ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ। ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ। ਇਹ ਜਗਤ ਦਾ ਮੋਹ ਸਨੇਹ ਮਿਥਿਆ ਅਣਹੋਇਆ ਹੀ ਪ੍ਰਤੀਤ ਹੋ ਰਿਹਾ ਕਿਉਂਕਿ ਇਹ ਸੰਸਾਰ ਝੂਠਾ ਅਤੇ ਵਿਣਸਣਾ ਨਾਸ਼ ਹੋ ਜਾਣ ਵਾਲਾ। ਸੋ ਵਿਣਸਣਾ ਦੋਨੇ ਣਾਣੇ ਲੱਗੇ ਆ। ਕਈ ਵਾਰੀ ਅਸੀਂ ਸੁਣਿਆ ਪਾਠ, ਕਈ ਵੀਰ ਜਾਂ ਭੈਣਾਂ ਵਿਣਸਣਾ ਕਰ ਜਾਂਦੇ ਜਾਂ ਵਿਣਸਣਾ ਕਰ ਜਾਂਦੇ ਆ, ਜਾਂ ਪਹਿਲਾ ਨਾਣਾ ਬੋਲ ਜਾਂਦੇ ਦੂਜਾ ਨੰਨਾ ਬੋਲ ਜਾਂਦੇ, ਜਾਂ ਪਹਿਲਾਂ ਵਾਵੇ ਨੂੰ ਸਿਹਾਰੀ ਅਤੇ ਨੰਨਾ ਬੋਲ ਜਾਂਦੇ ਫਿਰ ਨਾਣਾ ਬੋਲਦੇ। ਸੋ ਇੱਥੇ ਦੋਨੇ ਹੀ ਨਾਣੇ ਆ। ਵਿਣਸਣਾ ਚਰਨ ਕਮਲ ਸੰਗ ਨੇਹੁ ਕਿਨੈ ਵਿਰਲੇ ਲਾਇਆ। ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਕਿਸੇ ਵਿਰਲੇ ਟਾਵੇਂ ਨੇ ਹੀ ਨੇਹ ਪ੍ਰੇਮ ਲਾਉਣਾ ਕੀਤਾ ਹੈ।
ਧਨ ਸੁਹਾਵਾ ਮੁਖ ਜਿਨ ਹਰ ਧਿਆਇਆ। ਉਹਨਾਂ ਦਾ ਮੁਖਾਰਬਿੰਦ ਧਨਤਾ ਦੇ ਜੋਗ ਅਤੇ ਸ਼ੋਭਨੀਕ ਹੈ, ਜਿਸ ਨੇ ਪਰਮੇਸ਼ਰ ਨੂੰ ਅਰਾਧਨਾ ਧਿਆਉਣਾ ਕੀਤਾ ਹੈ। ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ। ਜੋ ਜੰਮਣ ਮਰਨ ਕਾਲ ਦੁਖ ਦੁਰਭਿਖ ਮੌਤ ਦਾ ਦੁੱਖ ਕਸ਼ਟ ਹੈ, ਉਹ ਪਰਮੇਸ਼ਰ ਦੇ ਸਿਮਰਨ ਕਰਨ ਨਾਲ ਮਿਟ ਜਾਵਈ, ਨਾਸ਼ ਹੋ ਜਾਂਦਾ। ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ ਦੇ ਲਈ ਤਾਂ ਉਹ ਹੀ ਸੁਖ ਹੈ ਜਿਹੜਾ ਕੁਝ ਪ੍ਰਭੂ ਪਰਮੇਸ਼ਰ ਨੂੰ ਭਾਉਂਦਾ ਹੈ। ਆਸਾ ਮਹੱਲਾ ਪੰਜਵਾ। ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ, ਤਦੋਂ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੈਠ ਕੇ ਪਾਵਨ ਸ਼ਬਦ ਉਚਾਰਨ ਕੀਤਾ। ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚੋ। ਹੇ ਮੀਤ ਮਿੱਤਰੋ, ਬਾਬਾ ਬੁੱਢਾ ਸਾਹਿਬ ਜੀ, ਭਾਈ ਸ਼ਾਲੋ ਜੀ ਇਤਿਆਦਿਕ ਗੁਰਮੁਖ ਸਿੱਖੋ, ਆਉਣਾ ਕਰੋ। ਆਪਾਂ ਇਕੱਠੇ ਹੋ ਕਰਕੇ ਸਾਰੇ ਸਤਿਗੁਰਾਂ ਦੇ ਰਸ ਪ੍ਰੇਮਮਈ ਬਚਨ ਅਤੇ ਪ੍ਰੇਮ ਰਸ ਦੀ ਕਸ ਖਿੱਚ ਪਾਉਣ ਵਾਲੇ ਬਚਨਾਂ ਨੂੰ ਸ਼ਰਵਣ ਮੰਨਣ ਨਿਧਿਆਸਨ ਰੂਪ ਭੋਗਣਾ ਕਰੀਏ। ਕਿਉਂਕਿ ਸਭ ਰਸ ਮਿੱਠੇ ਮੰਨਿਐ ਸੁਣਿਐ ਸਾਹ ਲੋਣੇ। ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਛਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ। ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਚੋ। ਹਰੀ ਪਰਮੇਸ਼ਰ ਦੇ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਨੂੰ ਜਪਣਾ ਕਰੀਏ ਅਤੇ ਸਤਸੰਗਤ ਵਿੱਚ ਮਿਲ ਕਰਕੇ ਸਾਰੇ ਪਾਪਾਂ ਨੂੰ ਮੁੰਚੋ ਹੁੰਦਾ ਕੱਟਣਾ ਕਰੀਏ। ਤਤ ਵਿਚਾਰੋ ਸੰਤ ਜਨੋ ਤਾਤੇ ਬਿਗਨ ਨ ਲਾਗੈ। ਹੇ ਸੰਤ ਮਹਾਤਮਾ ਜਨੋ, ਸਿਧਾਂਤ ਸਾਰ ਰੂਪ ਬ੍ਰਹਮ ਦੀ ਵਿਚਾਰ ਕਰੋ, ਤਿਸ ਕਰਕੇ ਕੋਈ ਵੀ ਵਿਘਨ ਨਹੀਂ ਲੱਗ ਸਕੇਗਾ। ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਉ। ਗੁਰਮੁਖ ਜਨ ਗੁਰਾਂ ਦੁਆਰਾ ਗਿਆਨ ਅਵਸਥਾ ਵਿੱਚ ਜਾਗਦੇ ਹਨ, ਕਿਉਂਕਿ ਉਹਨਾਂ ਦੇ ਸ਼ੁਭ ਗੁਣਾਂ ਨੂੰ ਚਰਾਉਣ ਵਾਲੇ ਕਾਮ ਕ੍ਰੋਧ ਰੂਪੀ ਤਸਕਰ ਚੋਰ ਸਾਰੇ ਨਾਸ਼ ਹੋ ਗਏ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ। ਬੁੱਧ ਗਰੀਬੀ ਖਰਚ ਲੈ ਹਉਮੈ ਬਿਖ ਜਾਰੋ। ਬੁੱਧੀ ਦੇ ਵਿੱਚ ਗਰੀਬੀ ਭਾਵ ਨਿਮਰਤਾ ਧਾਰਨ ਰੂਪੀ ਖਰਚ ਲੈਣਾ ਕਰੋ ਅਤੇ ਹਉਮੈ ਹੰਗਤਾ ਮਮਤਾ ਦੀ ਬਿਖ ਜ਼ਹਿਰ ਨੂੰ ਜਾਰੋ ਸਾੜਨਾ ਕਰੋ। ਸਾਚਾ ਹਟ ਪੂਰਾ ਸੌਦਾ ਵਖਰ ਨਾਮ ਵਾਪਾਰੋ। ਸਾਧ ਸੰਗਤ ਰੂਪੀ ਸੱਚਾ ਹਟ ਹੈ ਅਤੇ ਨਾਮ ਰੂਪੀ ਪੂਰਨ ਸੌਦਾ ਹੈ। ਉਸ ਨਾਮ ਰੂਪੀ ਸੌਦੇ ਨੂੰ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਵਪਾਰ ਕਰਨਾ ਕਰੋ। ਜੀਉ ਪਿੰਡ ਧਨ ਅਰਪਿਆ ਸੇਈ ਪਤਵੰਤੇ। ਜਿਨ੍ਹਾਂ ਨੇ ਆਪਣਾ ਜੀਉ ਹਿਰਦਾ ਜ਼ਿੰਦਗੀ ਪਿੰਡ ਸਰੀਰ ਅਤੇ ਧਨ ਆਦਿ ਸਾਰਾ ਕੁਝ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੌਂਪ ਦਿੱਤਾ ਹੈ, ਉਹ ਲੋਕ ਪ੍ਰਲੋਕ ਵਿੱਚ ਪਤਵੰਤੇ ਇੱਜ਼ਤ ਵਾਲੇ ਹਨ। ਆ ਬੰਨੜੇ ਪ੍ਰਭ ਭਾਣਿਆ ਨਿਤ ਕੇਲ ਕਰਨ ਤੇ। ਜਿਹੜੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਭਾ ਗਏ ਹਨ, ਉਹ ਨਿਤਾ ਪ੍ਰਤੀ ਪਰਮੇਸ਼ਰ ਦੀਆਂ ਕੇਲ ਖੁਸ਼ੀਆਂ ਆਨੰਦ ਨੂੰ ਮਾਨਣਾ ਕਰੰਤੇ ਕੀਏ ਕਰਦੇ ਹਨ। ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ। ਸੋ ਇਸ ਦਾ ਪਹਿਲਾ ਪਾਠ ਬਿਖਲੀ ਪਤ ਹੈ, ਦੂਸਰਾ ਪਾਠ ਬਿਖ ਲੀਪਤ ਹੈ। ਸੋ ਪਹਿਲਾ ਪਾਠ ਬਿਖਲੀ ਪਤ ਹੈ। ਜਿਹੜੇ ਦੁਰਮਤ ਖੋਟੀ ਮੱਤ ਵਾਲੇ ਮਦ ਨਾਮ ਸ਼ਰਾਬ ਦਾ ਪੀਂਦੇ ਹਨ, ਉਹ ਬਿਖਲੀ ਵੇਸਵਾ ਦੇ ਪਤੀ ਹੁੰਦੇ ਆ। ਅਤੇ ਕਮਲੀ ਪਾਗਲ ਬੁੱਧ ਵਾਲੇ ਆ ਜੋ ਦੁਰਮਤਾ ਰੂਪੀ ਸ਼ਰਾਬ ਪੀਂਦੇ। ਉਹ ਕਮਲੀ ਬੁੱਧ ਵਾਲਿਆਂ ਦੇ ਚਿੱਤ ਬਿਖ ਲੀਪਤ ਬਿਖ ਵਿਸ਼ਿਆਂ ਵਿੱਚ ਲੀਪਤ ਲਿਬੜੇ ਹੋਏ ਰਹਿੰਦੇ ਆ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਰਾਮ ਪਰਮੇਸ਼ਰ ਜੋ ਸਾਰੇ ਰਸਾਇਣ ਰਸਾਂ ਦਾ ਘਰ ਹੈ, ਜਿਹੜੇ ਉਸਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਹਨ, ਉਹ ਸੱਚੇ ਅਮਲੀ ਆਮਲ ਭਾਵ ਅਮਲ ਕਰਨ ਵਾਲੇ ਹਨ। ਵਾਹਿਗੁਰੂ 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 ਵਾਹਿਗੁਰੂ
ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।